ਕੱਲ ਸਾਨੂੰ 11 ਵਜੇ 12 ਵਜੇ ਸਾਨੂੰ ਇਹ ਆਦੇਸ਼ ਆ ਗਏ ਵੀ ਤੁਸੀਂ ਆਪਣੀਆਂ ਫੈਕਟਰੀਆਂ ਬੰਦ ਕਰ ਦਿਓ। 2 ਵਜੇ ਤੋਂ ਲੈ ਕੇ ਤੇ ਕੰਟੀਨਿਊ 48 ਘੰਟੇ ਵਾਸਤੇ ਤੁਸੀਂ ਇਹ ਫੈਕਟਰੀਆਂ ਬੰਦ ਕਰ ਦਿਓ। ਇਹ ਜਿਹੜੇ ਕੱਟ ਸੀਗੇ ਬਿਲਕੁਲ ਬੰਦ ਸੀਗੇ ਔਰ ਜਿਹੜਾ ਕੱਟ ਲਾਤਾ ਇਹ ਇੰਡਸਟਰੀ ਨੂੰ ਤਬਾਹ ਕਰਨ ਵਾਲੇ ਪਾਸੇ ਨੂੰ ਚੱਲ ਪਏ ਜੇ ਤੁਸੀਂ। ਜਿੰਨਾ ਚਿਰ ਤੱਕ ਰਿਟੇਲ ਕਾਊਂਟਰ ਨਾ ਖੁੱਲਣ, ਜਦ ਤੱਕ ਉੱਥੇ ਸੇਲ ਨਾ ਹੋਵੇ, ਤਦ ਤੱਕ ਜਿਹੜਾ ਮਾਲ ਨਹੀਂ ਵਿਕਦੇ ਔਰ ਤਦ ਤੱਕ ਸਾਡੇ ਕੋਲ ਪੇਮੈਂਟ ਨਹੀਂ ਆਉਂਦੀ। ਅਸੀਂ ਰਿਟੇਲ ਕਾਊਂਟਰ ਬੰਦ ਹੋਣ ਦੇ ਬਾਵਜੂਦ ਅਸੀਂ ਲੋਕਾਂ ਨੇ ਇੰਡਸਟਰੀ ਚਲਾਈ। ਸਾਨੂੰ ਅਜੇ ਕਿ ਕਿਤੋਂ ਬਾਹਰੋਂ ਪੇਮੈਂਟ ਨਹੀਂ ਸੀ ਆ ਰਹੀ। ਬੜੀ ਸਟਰਗਲ ਨਾਲ ਅਸੀਂ ਆਪਣੀ ਲੇਬਰ ਨੂੰ ਸੰਭਾਲ ਕੇ ਰੱਖਿਆ। ਮੈਂ ਤਾਂ ਸਮਝਦਾ ਕਿ ਇਹ ਸਰਕਾਰ ਦੀ ਨਾਲਾਇਕੀ ਹੈ, ਕਿਉਂਕਿ ਸਰਕਾਰ ਨੇ ਮੌਕਾ ਰਹਿੰਦਿਆਂ ਜ਼ਿੰਮੇਵਾਰੀ ਨਹੀਂ ਸਮਝੀ। ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਿੰਮਤ ਸਿੰਘ ਦਿਗਪਾਲ। ਬਿਜਲੀ ਦਾ ਜਿਹੜਾ ਸੰਕਟ ਹੈ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਮੰਡਰਾ ਰਿਹਾ। ਗੱਲ ਕੀਤੀ ਜਾਵੇ ਇਲੈਕਸ਼ਨ ਈਅਰ ਵੀ ਹੈ, 2022 ਦੀਆਂ ਚੋਣਾਂ ਵੀ ਨੇ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਵਾਅਦੇ ਕੀਤੇ ਜਾਂਦੇ ਨੇ। ਪਿਛਲੇ ਦਿਨੀ ਗੱਲ ਕਰੀਏ ਤਾਂ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਆਉਂਦੇ ਨੇ ਅਤੇ ਉਹਨਾਂ ਵੱਲੋਂ ਵੱਡਾ ਐਲਾਨ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ 300 ਯੂਨਿਟ ਨੂੰ ਫ੍ਰੀ ਬਿਜਲੀ ਦਿੱਤੀ ਜਾਊਗੀ। ਦੂਜੇ ਪਾਸੇ ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ। ਜਦੋਂ ਸਾਡੀ ਸਰਕਾਰ ਸੀ 200 ਯੂਨਿਟ ਫ੍ਰੀ ਦੇ ਰਹੇ ਸੀ ਤੇ ਕੈਪਟਨ ਸਰਕਾਰ ਵੀ ਇਹੀ ਕਹਿ ਰਹੀ ਹੈ ਅਸੀਂ ਵੀ ਆਲਰੇਡੀ 200 ਯੂਨਿਟ ਫ੍ਰੀ ਦੇ ਰਹੇ ਆ ਅਤੇ ਭਾਜਪਾ ਵੱਲੋਂ ਵੀ ਕਿਹਾ ਜਾ ਰਿਹਾ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ 5 ਰੁਪਏ ਯੂਨਿਟ ਬਿਜਲੀ ਦੇਵਾਂਗੇ। ਪਰ ਗੱਲ ਜੇਕਰ ਬਿਜਲੀ ਦੀ ਰਿਐਲਿਟੀ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਕੀ ਨੇ, ਤਕਰੀਬਨ ਸਾਰੇ ਲੋਕ ਇਸ ਤੋਂ ਵਾਕਿਫ ਨੇ। ਬੀਤੇ ਦਿਨ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜਾ ਅੱਜ ਤੋਂ ਸਮੇਂ ਆ ਉਹ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਕਰ ਦਿੱਤਾ ਗਿਆ ਅਤੇ ਜਿਹੜੇ ਏਸੀ ਨੇ ਬਿਲਕੁਲ ਬੰਦ ਰਹਿਣਗੇ ਅਤੇ ਜਿਹੜੇ ਹੋਰ ਬਿਜਲੀ ਨਾਲ ਉਪਕਰਨ ਚੱਲਦੇ ਉਹ ਵੀ ਬੰਦ ਰਹਿਣਗੇ। ਔਰ ਗੱਲ ਜੇਕਰ ਕੀਤੀ ਜਾਵੇ ਇੰਡਸਟਰੀ ਦੀ, ਲੁਧਿਆਣੇ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਇੰਡਸਟਰੀਆਂ ਨੇ ਜਿਨ੍ਹਾਂ ਦੇ ਵੱਲੋਂ ਫੈਸਲਾ ਲਿਆ ਗਿਆ, ਸਰਕਾਰ ਦੇ ਖਿਲਾਫ ਵੀ ਗਿਆ। ਉਹਨਾਂ ਵੱਲੋਂ ਪ੍ਰੈਸ ਨੋਟ ਜਾਰੀ ਕੀਤੇ ਗਏ ਨੇ ਵੀ ਅਸੀਂ ਇੰਡਸਟਰੀ ਬੰਦ ਨਹੀਂ ਕਰਾਂਗੇ, ਖੁੱਲ੍ਹੀ ਰੱਖਾਂਗੇ ਕਿਉਂਕਿ ਸਾਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆ। ਦੂਜੇ ਵਿੱਚ ਜੇਕਰ ਗੱਲ ਕੀਤੀ ਜਾਵੇ ਡਾਈਂਗ ਇੰਡਸਟਰੀ ਦੀ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ। ਇਸ ਵੇਲੇ ਅਸੀਂ ਖੜੇ ਹਾਂ ਇੱਕ ਡਾਈਂਗ ਇੰਡਸਟਰੀ ਦੇ ਵਿੱਚ ਖੜੇ ਹਾਂ ਅਸੀਂ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਮੁਕੰਮਲ ਤੌਰ ਤੇ ਜਿਹੜੀ ਕਿ ਇੱਥੇ ਦੀ ਇਹ ਡਾਈਂਗ ਹੈ ਬੰਦ ਕੀਤੀ ਗਈ ਹੈ। ਔਰ ਜਿਹੜੀ ਬੀਤੇ ਕੱਲ ਤੋਂ ਹੀ 2 ਵਜੇ ਤੋਂ ਜਿਹੜੀ ਕਿ ਡਾਈਂਗਾਂ ਨੇ ਬੰਦ ਕੀਤੀਆਂ ਗਈਆਂ ਨੇ। ਤਾਜਪੁਰ ਰੋਡ ਸਥਿਤ ਤੇ ਪੂਰਾ ਡਾਈਂਗਾਂ ਦਾ ਜਿਹੜਾ ਕਿ ਹੱਬ ਹੈ ਉੱਥੇ ਬਣਿਆ ਹੋਇਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਕਿ ਕੰਮ ਹੈ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ। ਸੋ ਗੱਲਬਾਤ ਵੀ ਕਰ ਲੈਂਦੇ ਆ ਵੀ ਡਾਈਂਗਾਂ ਬੰਦ ਜਿਹੜੀਆਂ ਹੋਈਆਂ ਨੇ, ਸਰਕਾਰ ਦਾ ਜਿਹੜਾ ਫੈਸਲਾ ਆਇਆ ਉਹਨੂੰ ਕਿਵੇਂ ਦੇਖਦੇ ਨੇ। ਸਾਡੇ ਨਾਲ ਪੰਜਾਬ ਡਾਇਰ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰ ਡਾਕਟਰ ਅਸ਼ਵਨੀ ਪਾਸੀ ਜੀ ਨੇ। ਡਾਕਟਰ ਸਾਹਿਬ, ਸਰਕਾਰ ਦੇ ਵੱਲੋਂ ਆਦੇਸ਼ ਆ ਗਿਆ ਇੱਕ ਵੀ ਇੰਡਸਟਰੀ ਬੰਦ ਕਰ ਦਿਓ, ਤੁਸੀਂ ਕਿਵੇਂ ਦੇਖਦੇ ਹੋ ਚੀਜ਼ ਨੂੰ? ਇਹ ਇੱਕ ਬਹੁਤ ਮੰਦਭਾਗਾ ਫੈਸਲਾ ਹੈ, ਕਿਉਂਕਿ ਦੇਖੋ ਸਾਡੀ ਇੰਡਸਟਰੀ ਜਿਹੜੀ ਹੈ ਕੰਟੀਨਿਊ ਪ੍ਰੋਸੈਸ ਹੈ ਔਰ ਅਸੀਂ ਜਿਵੇਂ ਸਵੇਰ ਬਲਕਿ ਕੰਟੀਨਿਊ 24 ਆਵਰ ਫੈਕਟਰੀਆਂ ਚੱਲਦੀਆਂ, ਨਹੀਂ ਤਾਂ ਬਹੁਤ ਵੱਡਾ ਲਾਸ ਹੁੰਦਾ ਜੇ ਆਪਾਂ ਇਹਨੂੰ ਬੰਦ ਕਰੀਏ ਤਾਂ। ਕੱਲ ਸਾਨੂੰ 11 ਵਜੇ 12 ਵਜੇ ਸਾਨੂੰ ਇਹ ਆਦੇਸ਼ ਆ ਗਏ ਵੀ ਤੁਸੀਂ ਆਪਣੀਆਂ ਫੈਕਟਰੀਆਂ ਬੰਦ ਕਰ ਦਿਓ। 2 ਵਜੇ ਤੋਂ ਲੈ ਕੇ ਤੇ ਕੰਟੀਨਿਊ 48 ਘੰਟੇ ਵਾਸਤੇ ਤੁਸੀਂ ਇਹ ਫੈਕਟਰੀਆਂ ਬੰਦ ਕਰ ਦਿਓ। ਇਹ ਬਹੁਤ ਇੱਕ ਮੰਦਭਾਗਾ ਫੈਸਲਾ, ਕਿਉਂਕਿ ਜਿੱਥੇ ਇਹ ਅਸੀਂ ਇਸ ਫੈਸਲੇ ਦੀ ਨਿਖੇਧੀ ਕਰਦੇ ਹਾਂ ਔਰ ਨਾਲ ਹੀ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੰਦੇ ਹਾਂ ਕਿ ਦੇਖੋ ਇਹ ਜਿਹੜੇ ਕੱਟ ਸੀਗੇ ਬਿਲਕੁਲ ਬੰਦ ਸੀਗੇ ਔਰ ਜਿਹੜਾ ਕੱਟ ਲਾਤਾ ਇਹ ਇੰਡਸਟਰੀ ਨੂੰ ਤਬਾਹ ਕਰਨ ਵਾਲੇ ਪਾਸੇ ਨੂੰ ਚੱਲ ਪਏ ਜੇ ਤੁਸੀਂ। ਇਹਨਾਂ ਕੱਟਾਂ ਨੂੰ ਵਾਪਸ ਲਾਓ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਆਮ ਲੋਕਾਂ ਦੀ, ਕਰੋਨਾ ਮਹਾਮਾਰੀ ਤੋਂ ਮਸਾ ਹੀ ਉਭਰੇ ਆ, ਲੋਕਡਾਊਨ ਖੁੱਲਿਆ, ਸਾਰੀਆਂ ਇੰਟਰੈਕਸ਼ਨ ਹਟਾ ਦਿੱਤੀਆਂ ਗਈਆਂ, ਕੁਝ ਕੁ ਰਹਿ ਗਈਆਂ। ਕਿਤੇ ਲੱਗਦਾ ਸੀ ਵੀ ਹੁਣ ਜਿਹੜੀ ਕਿ ਗੱਡੀ ਉਹ ਲਾਈਨ ਤੇ ਆਊਗੀ, ਪਟਰੀ ਹੈ ਜਿਹੜੀ ਉਹ ਸਹੀ ਚੱਲੂਗੀ, ਹੁਣ ਵੀ ਲੋਕਾਂ ਨੂੰ ਜਿਹੜਾ ਕਿ ਸਹੀ ਕਾਰੋਬਾਰ ਮਿਲ ਸਕੂਗਾ। ਪਰ ਜਿੱਦਾਂ ਹੀ ਹੁਣ ਇੰਟਰੈਕਸ਼ਨ ਖਤਮ ਹੁੰਦੀ ਹੈ ਉਦੋਂ ਹੁਣ ਬਿਜਲੀ ਦਾ ਸੰਕਟ ਮਾਰ ਆ ਗਿਆ, ਇੰਡਸਟਰੀ ਫਿਰ ਦੁਬਾਰਾ ਤੋਂ ਬੰਦ ਕੀਤੀ। ਲੇਬਰ ਨੂੰ ਜਾਂ ਇੰਡਸਟਰੀ ਤੇ ਮੰਗਾ ਤੁਹਾਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ? ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਵਿਡ ਕਰਕੇ ਬੜਾ ਇੰਡਸਟਰੀ ਦਾ ਨੁਕਸਾਨ ਹੋਇਆ ਔਰ ਕੋਵਿਡ ਦੇ ਦਰਮਿਆਨ 'ਚ ਲੋਕਾਂ ਕੋਲ ਕੰਮ ਨਹੀਂ ਸੀਗੇ। ਉਦੋਂ ਸਿਰਫ ਤੇ ਸਿਰਫ ਜਿਹੜੀ ਸਾਡੀ ਲੇਬਰ ਸੀਗੀ ਉਹਨੂੰ ਟਿਕਾਉਣ ਵਾਸਤੇ ਪਤਾ ਨਹੀਂ ਕਿਸ ਤਰ੍ਹਾਂ ਹੀ ਲੋਕਾਂ ਨੇ ਆਪਣੀ ਇੰਡਸਟਰੀ ਰਨ ਕੀਤੀ ਉਹਨਾਂ ਦਿਨਾਂ 'ਚ, ਕਿਉਂਕਿ ਸਰਕਾਰ ਦਾ ਆਦੇਸ਼ ਸੀਗਾ ਔਰ ਸਾਨੂੰ ਵੀ ਇਹ ਸੀਗਾ ਕਿ ਜੇ ਆਪਣਾ ਇੰਡਸਟਰੀ ਬੰਦ ਕਰਦੇ ਆ ਤਾਂ ਲੇਬਰ ਜਿਹੜੀ ਆ ਇਹ ਬਹੁਤ ਸਫਰ ਕਰੂਗੀ, ਸੜਕਾਂ ਤੇ ਆ ਜਾਏਗੀ। ਕਿਉਂਕਿ ਪਿਛਲਾ ਜਦੋਂ ਅੱਜ ਤੋਂ ਸਾਲ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਦੋਂ ਕਰੋਨਾ ਸ਼ੁਰੂਆਤ ਹੋਈ ਸੀ, ਕਰੋਨਾ ਦੀ, ਕੋਵਿਡ ਦੀ, ਤਾਂ ਉਸ ਟਾਈਮ ਇੱਕਦਮ ਜਿਹੜੇ ਆਦੇਸ਼ ਆ ਗਏ ਸੀ ਕਿ ਲਾਕਡਾਊਨ ਦੀ ਸਥਿਤੀ 'ਚ ਆਪਾਂ ਆ ਗਏ ਸੀ। ਉਸ ਟਾਈਮ ਇੰਡਸਟਰੀ ਬੰਦ ਹੋ ਗਈ ਸੀ ਔਰ ਉਸ ਇੰਡਸਟਰੀ ਬੰਦ ਹੋਣ ਨਾਲ ਤੁਸੀਂ ਦੇਖਿਆ ਕਿ ਜਿਹੜੀ ਲੇਬਰ ਆ ਉਹ ਇਮੀਡੀਏਟ ਸੜਕਾਂ ਤੇ ਆ ਗਈ ਔਰ ਇਮੀਡੀਏਟ ਉਹ ਲੋਕੀ ਪੈਦਲ ਚੱਲ ਪਏ ਆਪਣੇ ਜਿੱਥੋਂ ਵੀ ਉਹ ਵਸਨੀਕ ਸੀ। ਜੋ ਯੂਪੀ ਵਾਲੇ ਯੂਪੀ ਨੂੰ ਚੱਲ ਪਏ, ਬਿਹਾਰ ਵਾਲੇ ਬਿਹਾਰ ਨੂੰ ਚੱਲ ਪਏ ਔਰ ਦੇਸ਼ 'ਚ ਇੱਕ ਅਫਰਾ ਤਫਰੀ ਦਾ ਮਾਹੌਲ ਆ ਗਿਆ। ਇਸ ਵਾਰ ਜਿੱਥੇ ਸਰਕਾਰ ਨੇ ਲਾਕਡਾਊਨ ਤਾਂ ਕੀਤਾ, ਜਿੱਥੇ ਕਿ ਆਪਣਾ ਰਿਟੇਲ ਕਾਊਂਟਰ ਤਾਂ ਸਾਰੇ ਬੰਦ ਕਰਤੇ, ਪਰ ਇੰਡਸਟਰੀ ਨੂੰ ਉਦੇਸ਼ ਦਿੱਤਾ ਕਿ ਤੁਸੀਂ ਆਪਣੀ ਇੰਡਸਟਰੀ ਚਾਲੂ ਕਰਕੇ ਰੱਖੋ। ਅਸੀਂ ਬੜੇ ਪਤਾ ਨਹੀਂ ਕਿੰਨੇ ਜਦੋਜਹਿਦ ਨਾਲ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਜਿੰਨਾ ਚਿਰ ਤੱਕ ਰਿਟੇਲ ਕਾਊਂਟਰ ਨਾ ਖੁੱਲਣ, ਜਦ ਤੱਕ ਉੱਥੇ ਸੇਲ ਨਾ ਹੋਵੇ, ਤਦ ਤੱਕ ਜਿਹੜਾ ਮਾਲ ਨਹੀਂ ਵਿਕਦੇ ਔਰ ਤਦ ਤੱਕ ਸਾਡੇ ਕੋਲ ਪੇਮੈਂਟ ਨਹੀਂ ਆਉਂਦੀ। ਅਸੀਂ ਰਿਟੇਲ ਕਾਊਂਟਰ ਬੰਦ ਹੋਣ ਦੇ ਬਾਵਜੂਦ ਅਸੀਂ ਲੋਕਾਂ ਨੇ ਇੰਡਸਟਰੀ ਚਲਾਈ। ਸਾਨੂੰ ਅਜੇ ਕਿ ਕਿਤੋਂ ਬਾਹਰੋਂ ਪੇਮੈਂਟ ਨਹੀਂ ਸੀ ਆ ਰਹੀ।
ਬੜੀ ਸਟਰਗਲ ਨਾਲ ਅਸੀਂ ਆਪਣੀ ਲੇਬਰ ਨੂੰ ਸੰਭਾਲ ਕੇ ਰੱਖਿਆ, ਲੇਬਰ ਨੂੰ ਲੇਬਰ ਦਿੱਤੀ ਔਰ ਬੜੀ ਮੁਸ਼ਕਲ ਨਾਲ ਆਪਣੀ ਇੰਡਸਟਰੀ ਨੂੰ ਅਸੀਂ ਜਿਹੜਾ ਕਿ ਲੋਕਡਾਊਨ ਦਾ ਟਾਈਮ ਸੀ ਅਸੀਂ ਚਲਾ ਕੇ ਰੱਖਿਆ। ਉਹ ਸਿਰਫ ਕਾਰਨ ਇੱਕ ਹੀ ਸੀ ਕਿ ਲੋਕ ਸੜਕਾਂ ਤੇ ਨਾ ਆਉਣ, ਲੋਕ ਭੁੱਖੇ ਨਾ ਮਰਨ। ਅਸੀਂ ਉਹਨਾਂ ਨੂੰ ਤਨਖਾਹਾਂ ਵੀ ਦਿੱਤੀਆਂ, ਆਪਣੇ ਪਤਾ ਨਹੀਂ ਅਸੀਂ ਕਿਹੜੇ ਸੋਰਸਸ ਆਪਦੇ ਯੂਜ਼ ਕਰਕੇ। ਸਰਕਾਰ ਵੱਲੋਂ ਕੋਈ ਐਡ ਨਹੀਂ, ਨਾ ਸੈਂਟਰ ਸਰਕਾਰ ਵੱਲੋਂ ਕੋਈ ਐਡ, ਨਾ ਪੰਜਾਬ ਸਰਕਾਰ ਵੱਲੋਂ ਕੋਈ ਐਡ, ਪਰ ਅਸੀਂ ਆ ਲੋਕਾਂ ਨੇ ਆਪਣੀ ਜਿਹੜੀ ਇੰਡਸਟਰੀ ਹੈ ਬੜੀ ਮੁਸ਼ਕਲ ਨਾਲ ਆਪਣੀ ਇੱਕ ਸਿਰਫ ਤੇ ਸਿਰਫ ਇਸ ਵਿਸ਼ਵਾਸ ਤੇ ਕਿ ਅਸੀਂ ਸਰਕਾਰਾਂ ਦਾ ਔਰ ਪ੍ਰਸ਼ਾਸਨ ਦਾ ਅਸੀਂ ਸਾਥ ਦੇਣਾ, ਅਸੀਂ ਆਪਣੀ ਇੰਡਸਟਰੀ ਨੂੰ ਬੜੀ ਮੁਸ਼ਕਲ ਨਾਲ ਚਲਾ ਕੇ ਰੱਖਿਆ ਤਾਂ ਕਿ ਅਫਰਾ ਤਫਰੀ ਦਾ ਮਾਹੌਲ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੇ ਦਰਮਿਆਨ ਆਇਆ ਸੀ, ਉਹ ਅਫਰਾ ਤਫਰੀ ਦਾ ਮਾਹੌਲ ਇਸ ਵਾਰ ਨਾ ਕ੍ਰੀਏਟ ਹੋਵੇ। ਡਾਕਟਰ ਇੱਕ ਚੀਜ਼ ਹੋਰ ਕਲੀਅਰ ਕਰੋ, ਜਿਹੜੀ ਛੋਟੀ ਇੰਡਸਟਰੀ ਹੈ, ਵੱਡੀ ਇੰਡਸਟਰੀ ਹੈ, ਕਿਹੜੀਆਂ ਇੰਡਸਟਰੀਆਂ ਬੰਦ ਰਹਿਣਗੀਆਂ ਜਾਂ ਕਿਹੜੀਆਂ ਚਾਲੂ ਰਹਿਣਗੀਆਂ, ਕਿੰਨੇ ਕਿਲੋਵਾਟ ਜਿਹੜੇ ਕਨੈਕਸ਼ਨ ਨੇ ਕਿੱਦਾਂ ਜਾਨ ਕੇ ਰਨ ਕਰਨਗੇ? ਦੇਖੋ ਸਰਕਾਰ ਦਾ ਦੇਸ਼ ਹੈ ਕਿ ਜਿੰਨੀ ਵੀ ਐਲਐਸ ਇੰਡਸਟਰੀ ਹੈ ਜਿਹੜੀ ਕਿ 100 ਕਿਲੋਵਾਟ ਤੋਂ ਉੱਪਰ, ਜਿਹੜੀ 100 ਕਿਲੋਵਾਟ ਤੋਂ ਉੱਪਰ ਇੰਡਸਟਰੀ ਹੁੰਦੀ ਹੈ ਉਹ ਐਲਐਸ 'ਚ ਆ ਜਾਂਦੀ ਹੈ। ਸਰਕਾਰ ਦਾ ਦੇਸ਼ ਹੈ ਕਿ ਐਲਐਸ ਜਿਹੜੀ ਇੰਡਸਟਰੀ ਆ ਉਹ 48 ਘੰਟੇ ਵਾਸਤੇ ਬੰਦ ਹੈ। ਔਰ ਮੈਂ ਅਜੇ ਪੜ੍ਹਿਆ ਨਹੀਂਗਾ, ਸ਼ਾਇਦ ਜਿਹੜੀ ਦੂਜੀ ਇੰਡਸਟਰੀ ਵਾਸਤੇ ਐਮਐਸ ਵਾਸਤੇ ਵੀ 24 ਘੰਟੇ ਦਾ ਪਾਵਰ ਕੱਟ ਦਾ ਦੇਸ਼ ਆ ਗਿਆ। ਮੈਂ ਤਾਂ ਸਮਝਦਾ ਕਿ ਇਹ ਸਰਕਾਰ ਦੀ ਨਾਲਾਇਕੀ ਹੈ, ਕਿਉਂਕਿ ਸਰਕਾਰ ਨੇ ਮੌਕਾ ਰਹਿੰਦਿਆਂ ਜ਼ਿੰਮੇਵਾਰੀ ਨਹੀਂ ਸਮਝੀ, ਮੌਕਾ ਰਹਿੰਦਿਆਂ ਉਹਨਾਂ ਨੇ ਜੋ ਵੀ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਅੱਜ ਅਸੀਂ ਇਸ ਨੌਬਤ 'ਚ ਆ ਗਏ। ਤੁਸੀਂ ਦੇਖਿਆ ਹੀ ਹੈ ਕਿ ਜਦੋਂ ਪਹਿਲਾਂ ਵੀ ਕੈਪਟਨ ਸਰਕਾਰ ਸੀ 2002 ਤੋਂ 2007 ਤੱਕ, ਉਸ ਟਾਈਮ ਵੀ ਇਹੀ ਹਾਲਾਤ ਸੀਗੇ ਪੰਜਾਬ 'ਚ। ਉਸ ਟਾਈਮ ਵੀ 4-4 ਦਿਨ ਦਾ ਇੰਡਸਟਰੀ ਕੱਟ ਸੀਗਾ, ਪਾਵਰ ਕੱਟ। ਔਰ ਮੈਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦਾ, ਠੀਕ ਹੈ, ਸਾਡੇ ਤਾਂ ਤੁਸੀਂ ਤੁਮਤ ਵੀ ਲਾ ਸਕਦੇ ਕਿ ਤੁਸੀਂ ਸਰਕਾਰ ਦੀ ਬਦਨਾਮੀ ਕਰ ਰਹੇ, ਪਰ ਇੰਡਸਟਰੀ ਨੂੰ ਪੁੱਛ ਕੇ ਦੇਖੋ ਕਿ ਇੰਡਸਟਰੀ ਦਾ ਅੱਜ ਕੀ ਹਾਲ ਹੈ। ਜਦੋਂ ਉਸ ਟਾਈਮ ਵੀ 2007 ਤੱਕ ਕੈਪਟਨ ਸਰਕਾਰ ਸੀ, ਉਸ ਟਾਈਮ ਵੀ ਇੰਡਸਟਰੀ ਕਰਾਹੀ ਕਰਦੀ ਸੀ ਔਰ ਇੰਡਸਟਰੀ ਤੋਂ 4-4 3-3 ਦਿਨ ਦਾ ਪਾਵਰ ਕੱਟ ਸੀ। ਦਫ਼ਤਰਾਂ 'ਚ ਉਹੀ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਵਰਕਿੰਗ ਸੀ। ਅੱਜ ਫੇਰ ਦੁਬਾਰਾ ਕੈਪਟਨ ਸਰਕਾਰ ਨੇ ਆਪਦੇ ਉਹੀ 2002 ਤੇ 2007 ਵਾਲਾ ਸੀਨ ਸਾਡੇ ਸਾਹਮਣੇ ਲਿਆਤਾ। ਉਸ ਟਾਈਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਵਾਅਦਾ ਕੀਤਾ ਸੀ ਅਸੀਂ ਬਿਜਲੀ ਸਰਪਲਸ ਕਰਾਂਗੇ, ਉਹਨਾਂ ਨੇ ਬਿਜਲੀ ਸਰਪਲਸ ਕੀਤੀ। ਜਿਹੜੇ ਸਾਡੇ ਦੇ ਲਾਏ ਹੋਏ 4-4 ਦਿਨ ਦੇ ਪਾਵਰ ਕੱਟ ਸੀ ਉਹਨਾਂ ਨੂੰ 1 ਦਿਨ 'ਚ ਬਦਲਿਆ, 3 ਦਿਨ 'ਚ, 2 ਦਿਨ 'ਚ, ਫਿਰ 1 ਦਿਨ 'ਚ ਬਦਲਿਆ ਔਰ ਫਿਰ ਅਖੀਰ ਇੰਡਸਟਰੀ ਤੋਂ ਪਾਵਰ ਕੱਟ ਖਤਮ ਕਰਤਾ। ਔਰ ਜਦ ਤੱਕ ਸੁਖਬੀਰ ਸਿੰਘ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਅਸੀਂ ਜਦੋਂ ਉਹਨਾਂ ਦੀ ਸਰਕਾਰ 'ਚ ਬਿਲਕੁਲ ਪਾਵਰ ਕੱਟਾਂ ਤੋਂ ਰਹਿਤ ਸੀ, ਸਾਡੇ ਤੇ ਕੋਈ ਵੀ ਬਿਜਲੀ ਦਾ ਪਾਵਰ ਕੱਟ ਨਹੀਂ ਸੀ ਲੱਗਦਾ। ਇੰਡਸਟਰੀ ਜਿਹੜੀ ਬੜੀ ਪ੍ਰਫੁੱਲਤ ਹੋ ਰਹੀ ਸੀ। ਅੱਜ ਤੁਸੀਂ ਜਿਹੜਾ ਦੁਬਾਰਾ ਪਾਵਰ ਕੱਟ ਲਗਾ ਕੇ 2-2 ਦਿਨ ਦੇ ਤੁਸੀਂ ਸਾਡੇ ਤੇ ਇੱਕ ਵੱਖਰਾ ਬੋਝ ਪਾਇਆ ਔਰ ਇਸ ਚੀਜ਼ ਦੀ ਅਸੀਂ ਨਿਖੇਧੀ ਕਰਦੇ ਹਾਂ। ਡਾਕਟਰ ਸਾਹਿਬ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਪੀਡੀਏ ਦੀ, ਠੀਕ ਹੈ, ਕੁਛ ਲੁਧਿਆਣੇ ਦੀ ਇੰਡਸਟਰੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੀ ਇੰਡਸਟਰੀ ਦੇ ਵੱਲੋਂ ਕਿਹਾ ਗਿਆ ਕਿ ਜੀ ਸਰਕਾਰ ਦੇ ਵਿਰੁੱਧ ਜਾ ਕੇ ਫੈਕਟਰੀਆਂ ਖੋਲਾਂਗੇ, ਕਿਉਂਕਿ ਜੇਕਰ ਅਸੀਂ ਬੰਦ ਕਰਦੇ ਹਾਂ ਤਾਂ ਜਿਹੜੀ ਛੋਟੀ ਇੰਡਸਟਰੀ ਉਹਨੂੰ ਬਹੁਤ ਨੁਕਸਾਨ ਆਊਗਾ। ਤੁਸੀਂ ਬੰਦ ਰੱਖੋਗੇ ਜਾਂ ਕੰਟੀਨਿਊ ਕਿਵੇਂ ਕਰੋਗੇ? ਤੁਸੀਂ ਕੀ ਫੈਸਲਾ ਲਿਆ? ਨਹੀਂ ਦੇਖੋ, ਮੈਂ ਇਹਨਾਂ ਬੋਝ ਆਪਣੇ ਤੇ ਨਹੀਂ ਸਹਿਣ ਕਰ ਸਕਦਾ, ਕਿਉਂਕਿ ਸਾਨੂੰ ਪਤਾ ਕਿ ਜੋ ਆਦੇਸ਼ ਆ, ਤੁਹਾਨੂੰ ਮੈਂ ਹੁਣੇ ਇਹਦੀ ਜਿਹੜੀ ਕਲਿੱਪ ਵੀ ਨਾਲ ਦਊਂਗਾ। ਇਹ ਆਪਣਾ ਇੱਕ ਆਡੀਓ ਕਲਿੱਪ ਆ ਜਿਸ 'ਚ ਉਹਨਾਂ ਕਿਹਾ ਕਿ ਜੇ ਤੁਸੀਂ ਆਪਣੀ ਇੰਡਸਟਰੀ ਚਲਾਓਗੇ ਤਾਂ ਤੁਹਾਨੂੰ ਬਹੁਤ ਵੱਡੇ ਭਾਰੀ ਜੁਰਮਾਨੇ ਸਹਿਣ ਕਰਨੇ ਪੈਣਗੇ। ਮੈਂ ਪਹਿਲਾਂ ਹੀ ਮਰਿਆ ਆ, ਕੋਵਿਡ ਕਰਕੇ ਸਾਡੇ ਕੋਲ ਕੰਮ ਨਹੀਂ ਹੈਗੇ, ਹੁਣ ਅਸੀਂ ਕੰਮ ਚਲਾਉਣ ਲੱਗੇ ਸੀਗੇ। ਪਹਿਲਾਂ ਅਸੀਂ ਲੇਬਰ ਨੂੰ, ਅਸੀਂ ਸਮਝੋ ਕਿ ਅਸੀਂ ਜਦੋਂ ਦਾ ਕੋਵਿਡ ਫੈਲਿਆ ਅਸੀਂ ਲੋਕ ਘਾਟੇ 'ਚ। ਔਰ ਆ ਜਿਹੜਾ ਪਿਛਲੇ ਦੁਬਾਰਾ ਜਿਹੜਾ ਨਵਾਂ ਕੋਵਿਡ ਜਿਹੜਾ ਦੂਜੀ ਲਹਿਰ ਆਈ ਹੈ, ਇਹ ਸਾਡੀ ਇੰਡਸਟਰੀ ਬਹੁਤ ਜ਼ਿਆਦਾ ਘਾਟੇ 'ਚ ਗਈ ਹੈ। ਔਰ ਮੈਂ ਨਹੀਂ ਸਹਿਣ ਕਰ ਸਕਦਾ ਕਿ ਅੱਜ ਅਸੀਂ ਆਪਣੀ ਇੰਡਸਟਰੀ ਨੂੰ ਚਲਾ ਕੇ ਮੈਂ ਕੋਈ ਬਹੁਤ ਵੱਡੇ ਜੁਰਮਾਨੇ ਭਰ ਸਕਾਂ, ਕਿਉਂਕਿ ਸਰਕਾਰਾਂ ਦਾ ਕੰਮ ਆ, ਉਹਨਾਂ ਨੇ ਜੁਰਮਾਨੇ ਪਾ ਹੀ ਦੇਣੇ ਆ ਔਰ ਸਰਕਾਰ ਦੇ ਜਿਹੜੇ ਦੇਸ਼ ਹੋ ਜਾਂਦੇ ਆ ਉਹ ਵਾਪਸ ਨਹੀਂ ਹੁੰਦੇ। ਉਹ ਸਾਨੂੰ ਇੱਕ ਨਾ ਇੱਕ ਦਿਨ ਜਿਹੜਾ ਫਾਈਨ ਫਿਰ ਦੇਣਾ ਹੀ ਪਏਗਾ। ਮੈਂ ਉਹ ਸਹਿਣ ਨਹੀਂ ਕਰ ਸਕਦਾ। ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਕੋਈ ਵੀ ਇੰਡਸਟਰੀਸਟ ਭਰਾ ਇੰਨਾ ਖੁਸ਼ਹਾਲ ਨਹੀਂ ਆ ਕਿ ਉਹ ਐਡਾ ਵੱਡਾ ਬੋਝ ਸਹਿ ਸਕੇ। ਹਾਂ, ਅਸੀਂ ਲੋਕ ਪਹਿਲਾਂ ਜਨਰੇਟਰ ਤੇ ਆਪਣੀ ਇੰਡਸਟਰੀ ਰਨ ਕਰ ਲੈਂਦੇ ਸੀਗੇ, ਕਿਉਂਕਿ ਸਾਨੂੰ ਤਕਰੀਬਨ ਜਿਹੜੀ ਬਿਜਲੀ ਦਾ ਰੇਟ ਔਰ ਜਨਰੇਟਰ ਦੀ ਲਾਈਟ ਦਾ ਥੋੜਾ ਬਹੁਤਾ 20-25% ਦਾ ਫਰਕ ਸੀਗਾ। ਪਰ ਹੁਣ ਤੁਸੀਂ ਦੇਖੋ ਜਿਹੜੇ ਡੀਜ਼ਲ ਦੇ ਰੇਟ ਆ ਉਹ ਤਕਰੀਬਨ 100 ਦੇ ਕਰੀਬ ਪਹੁੰਚ ਗਏ ਔਰ ਅੱਜ ਉਹਦੇ ਨਾਲ ਸਾਡੀ ਜਿਹੜੀ ਆ ਡੀਜ਼ਲ ਦੇ ਨਾਲ ਸਾਡੇ ਜਨਰੇਟਰ ਚਲਾਉਣੇ ਬਹੁਤ ਔਖੇ ਹੋ ਗਏ। ਇਸ ਕਰਕੇ ਜਿਹੜਾ ਇਹ ਸ਼ਰੇਆਮ ਸਾਡਾ ਜਿਹੜਾ ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਲਾਸ ਹੈ। ਇਸ ਕਰਕੇ ਅਸੀਂ ਤਾਂ ਨਹੀਂ ਇਹ ਕਰਾਂਗੇ ਵੀ ਆਪਣੀ ਇੰਡਸਟਰੀ ਚਲਾ ਕੇ ਇੱਕ ਆਪਣੇ ਤੇ ਹੋਰ ਵੱਡਾ ਬੋਝ ਪਾਈਏ, ਪਤਾ ਨਹੀਂ ਕੱਲ ਨੂੰ ਕਿੰਨਾ ਕੁ ਜੁਰਮਾਨਾ ਪਾ ਦੇਣ। ਮੈਂ ਨਹੀਂ ਇਹ ਸਹਿਣ ਕਰ ਸਕਦਾ। ਲੇਬਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੇਬਰ ਤੁਹਾਡੇ ਕੋਲ ਹਜ਼ਾਰਾਂ ਦੇ ਹਿਸਾਬ ਨਾਲ ਲੇਬਰ ਕੰਮ ਕਰਦੀ ਹੈ। ਲੇਬਰ ਆ ਕੇ ਤੁਹਾਨੂੰ ਕੀ ਕਹਿੰਦੀ ਹੈ ਵੀ ਸਾਨੂੰ ਛੁੱਟੀਆਂ ਨਾ ਦਿਓ ਜਾਂ ਕੰਮ ਦਿਓ? ਘਰ ਦੇ ਖਰਚੇ ਕਿਵੇਂ ਚੱਲਦੇ ਨੇ? ਦੇਖੋ, ਘਰ ਦੇ ਖਰਚੇ ਕਿਵੇਂ ਚੱਲਦੇ ਆ ਇਹ ਤਾਂ ਸਿਰਫ ਤੇ ਸਿਰਫ ਸਾਡਾ ਲੇਬਰ ਦਾ ਤੇ ਔਰ ਜਿਹੜੇ ਮਾਲਕ ਨੇ ਉਹਨਾਂ ਦਾ ਆਪਸੀ ਵਿਸ਼ਵਾਸ ਹੈ। ਅਸੀਂ ਆਪਣੀ ਲੇਬਰ ਨੂੰ ਟਾਈਮ ਤੇ ਤਨਖਾਹਾਂ ਦੇ ਰਹੇ ਹਾਂ, ਭਾਵੇਂ ਜਿਸ ਤਰ੍ਹਾਂ ਮਰਜ਼ੀ ਅਰੇਂਜ ਕਰੀਏ, ਜਿੱਥੋਂ ਮਰਜ਼ੀ ਲਿਆਈਏ ਅਸੀਂ, ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਲੇਬਰ ਨੂੰ ਸਹੀ ਟਾਈਮ ਤੇ ਭੁਗਤਾਨ ਕਰਨਾ। ਅਸੀਂ ਸਹੀ ਟਾਈਮ ਤੇ ਭੁਗਤਾਨ ਕਰਦੇ ਹਾਂ। ਹੁਣ ਤੁਸੀਂ ਦੇਖੋ, ਬਿਹਾਰ ਤੋਂ ਅਣਗਿਣਤ ਲੇਬਰ ਆ ਰਹੀ ਹੈ ਔਰ ਮੇਰਾ ਬ੍ਰਦਰ ਕੱਲ੍ਹ ਮੈਨੂੰ ਦੱਸ ਰਿਹਾ ਸੀ ਕਿ ਜਿਹੜੇ ਸਾਡੇ ਕੋਲ ਵਰਕਰ ਕੰਮ ਕਰਦੇ ਸੀਗੇ ਉਹ ਰੋਜ਼ ਸਾਡੇ ਕੋਲ ਕੰਮ ਮੰਗਣ ਵਾਸਤੇ ਆ ਰਹੇ ਆ, ਪਰ ਸਾਡੇ ਕੋਲ ਉਹਨਾਂ ਕੰਮ ਨਹੀਂ ਹੈਗਾ। ਔਰ
ਉਹ ਕਹਿੰਦਾ ਕਿ 10-10 ਦਿਨ ਤੋਂ ਉਹ ਰੋਜ਼ ਲੋਕਾਂ ਕੋਲ ਜਾ ਰਿਹਾ ਕੰਮ ਲੱਭਣ ਵਾਸਤੇ, ਕੰਮ ਨਹੀਂ ਮਿਲ ਰਿਹਾ। ਜਿਹੜੇ ਬੰਦੇ 10 ਦਿਨ ਤੋਂ ਆ ਗਏ ਇੱਥੇ ਬੇਰੁਜ਼ਗਾਰ ਵਿਹਲਾ ਤੁਰਿਆ ਫਿਰਦਾ, ਤੁਸੀਂ ਆਪ ਦੇਖੋ ਕਿ ਇੰਡਸਟਰੀ ਦੇ ਕੀ ਹਾਲਾਤ ਨੇ। ਔਰ ਉੱਪਰੋਂ ਆ ਜਿਹੜੀ ਫੇਰ ਆ ਗਈ ਮਾਰ ਆ ਗਈ ਆ ਆਪਣੀ ਪਾਵਰ ਕੱਟ ਦੀ ਮਾਰ ਆ ਗਈ। ਇੰਡਸਟਰੀਜ਼ ਦਾ ਇਸ ਟਾਈਮ ਸਹੀ ਮਾਇਨੇ 'ਚ ਆਪਾਂ ਗਿਣੀਏ ਤਾਂ ਕਚੂੰਬਰ ਨਿਕਲਿਆ ਪਿਆ, ਔਰ ਸਰਕਾਰ ਨੇ ਹੋਰ ਕਚੂੰਬਰ ਕੱਢਣ ਵਾਲੇ ਪਾਸੇ ਬਸ ਜੀ ਉਹਦਾ ਹੁਣ ਖੂਨ ਨਿਚੋੜਨ ਵਾਲੇ ਪਾਸੇ ਨੂੰ ਹੋ ਗਏ। ਹੁਣ ਤਾਂ ਖੂਨ ਨਿਚੜ ਜੂਗਾ, ਅਸਥੀਆਂ ਬਾਕੀ ਬਚਣਗੀਆਂ, ਉਹ ਗੰਗਾ ਚਲ ਜਾਣਗੀਆਂ। ਇਹ ਸਰਕਾਰ ਦਾ ਇੱਕ ਬਹੁਤ ਹੀ ਨਿਖੇਧੀ ਵਾਲਾ ਫੈਸਲਾ ਵਾ। ਅਸੀਂ ਇਹਦੀ ਜਿੰਨੀ ਵੀ ਨਿਖੇਧੀ ਕੀਤੀ ਜਾ ਸਕੇ ਉਸ ਦੀ ਅਸੀਂ ਨਿਖੇਧੀ ਕਰਦੇ ਹਾਂ। ਸੋ ਇਹ ਸਨ ਪੀਡੀਏ ਦੇ ਐਗਜ਼ੈਕਟਿਵ ਮੈਂਬਰ ਡਾਕਟਰ ਅਸ਼ਵਨੀ ਪਾਸੀ, ਜਿਨ੍ਹਾਂ ਦੇ ਵੱਲੋਂ ਸਰਕਾਰ ਨੂੰ ਕੋਸਿਆ ਗਿਆ ਕਿ ਕਿਹਾ ਜਾ ਰਿਹਾ ਕਿ ਸਰਕਾਰ ਹੈ ਜਿਹੜੀ ਉਹ ਇੰਡਸਟਰੀਜ਼ ਤੇ ਜਿਹੜਾ ਕਿ ਖੂਨ ਹੈ ਚੂਸਦੀ ਪਈ ਹੈ। ਔਰ ਕਿਤੇ ਨਾ ਕਿਤੇ ਇੱਥੇ ਜੇਕਰ ਗੱਲ ਕੀਤੀ ਜਾਵੇ ਡੀਜ਼ਲ ਦੇ ਰੇਟ ਜੇਕਰ ਵਧੇ ਸੀ, ਪੈਟਰੋਲ ਦੇ ਰੇਟ ਵਧੇ ਸੀ, ਉਹ ਵੀ ਇਹਦੇ ਵਿੱਚ ਵੱਡਾ ਕਾਰਨ ਮੰਨਿਆ, ਕਿਉਂਕਿ ਇਹਨਾਂ ਵੱਲੋਂ ਕਿਹਾ ਜਾਂਦਾ ਜੇਕਰ ਪਹਿਲਾਂ ਬਿਜਲੀ ਦੇ ਕੱਟ ਲੱਗਦੇ ਸੀ ਤਾਂ ਇਹ ਡੀਜ਼ਲ ਤੇ ਜਨਰੇਟਰ ਦਾ ਜਿਹੜਾ ਕਿ ਉਹਨੂੰ ਡੀਜ਼ਲ ਤੇ ਇੰਡਸਟਰੀ ਚਲਾ ਪਾਉਂਦੇ ਸੀ ਤੇ ਬਿਜਲੀ ਦਾ ਰੇਟ ਤੇ ਡੀਜ਼ਲ ਦਾ ਰੇਟ ਸੇਮ ਪੈਂਦੇ ਸੀ। ਪਰ ਹੁਣ ਜੇਕਰ ਡੀਜ਼ਲ ਦੀਆਂ ਵੀ ਕੀਮਤਾਂ ਵੱਧ ਗਈਆਂ ਨੇ ਤਾਂ ਵੀ ਕਿਤੇ ਨਾ ਕਿਤੇ ਵੱਡਾ ਨੁਕਸਾਨ ਪਾਇਆ ਜਾ ਰਿਹਾ ਹੈ। ਸੋ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ। ਕੈਮਰਾ ਪਰਸਨ ਪਵਨ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।